ਸਤਿ ਸ਼੍ਰੀ ਅਕਾਲ ਦੋਸਤੋ, ਫਿਰ ਤੁਹਾਡਾ ਇੱਕ ਵਾਰ ਸਵਾਗਤ ਹੈ ਦਾ DGP ਸ਼ੋਅ ਦੇ ਵਿੱਚ। ਮੈਂ ਤੁਹਾਡਾ ਦਲਜੀਤ ਸਿੰਘ ਗੇਰਨਪੱਲੀ ਉੱਚੀ ਤੁਹਾਡਾ ਸਵਾਗਤ ਕਰਦਾ ਹਾਂ। ਆਪਾਂ ਪਿੱਛੇ ਪੜ੍ਹਨਾ ਸ਼ੁਰੂ ਕੀਤੀ ਹੈ ਕਿਤਾਬ ਸਿੱਖ ਇਤਿਹਾਸ ਕਨਿੰਘਮ ਦੁਆਰਾ ਲਿਖੀ ਹੋਈ, ਅਤੇ ਜਿਸ ਦਾ ਉਲਥਾ ਕੀਤਾ ਹੈ ਗੁਰਮੁਖ ਸਿੰਘ ਗੁਰਮੁਖ ਹੋਣਾ ਨੇ। ਅਤੇ ਇਸ ਕਿਤਾਬ ਦੇ ਵਿੱਚ ਆਪਾਂ ਹੁਣ ਤੱਕ ਇਸ ਦਾ ਪ੍ਰਕਰਨ ਪਹਿਲਾ ਪੜ੍ਹਿਆ ਹੈ, ਜਿਸ ਦੇ ਵਿੱਚ ਦੇਸ਼ ਅਤੇ ਦੇਸ਼ਵਾਸੀ ਕਿ ਕਿਸ ਤਰ੍ਹਾਂ ਦਾ ਹਿੰਦੁਸਤਾਨ ਦਾ ਦੇਸ਼ ਸੀ ਉਸ ਵਕਤ, ਪੰਜਾਬ ਦੇਸ਼ ਕਿਸ ਤਰ੍ਹਾਂ ਦਾ ਸੀ, ਅਤੇ ਉਹਦੇ ਵਿੱਚ ਕੌਣ ਕੌਣ ਵਸਿੰਦੇ ਰਹਿੰਦੇ ਸਨ, ਕਿਹੜੇ ਕਿਹੜੇ ਧਰਮਾਂ ਦੇ, ਕਿਹੜੇ ਕਿਹੜੇ ਨਸਲਾਂ ਦੇ ਲੋਕ ਰਹਿ ਰਹੇ ਸਨ। ਅੱਜ ਆਪਾਂ ਸ਼ੁਰੂ ਕਰਾਂਗੇ ਪ੍ਰਕਰਨ ਦੂਸਰੇ ਪ੍ਰਕਰਨ ਦੇ ਵਿੱਚ ਹਿੰਦੀ ਮਤ ਮਤਾਂਤਰ, ਨਵੀਨ ਸੁਧਾਰ ਅਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ। ਇਹ ਗੱਲ ਆਪਾਂ ਕਰਾਂਗੇ। ਅਤੇ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ, ਅਤੇ ਜਿਹੜੀ ਇਹ ਵੀਡੀਓ ਹੈ ਇਹਨੂੰ ਸ਼ੇਅਰ ਕਰ ਦਿਓ, ਕਿਉਂਕਿ ਆਪਾਂ ਇਸ ਵੀਡੀਓ ਬਣਾਉਣ ਦਾ ਮੰਤਵ ਹੀ ਇਹ ਆ ਕਿ ਸਿੱਖ ਇਤਿਹਾਸ ਦੇ ਨਾਲ ਸਾਡੇ ਨੌਜਵਾਨ ਜਿੰਨੇ ਵੀ ਵੱਧ ਤੋਂ ਵੱਧ ਜਾਣੂ ਹੋ ਸਕਣ, ਕਿਉਂਕਿ ਸਮਾਂ ਤਾਂ ਕਿਸੇ ਕੋਲ ਹੈ ਨਹੀਂ ਪੜ੍ਹਨੇ ਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਮੇਰੇ ਕੋਲ ਟਾਈਮ ਹੈਗਾ ਆ, ਅਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਜਾਊਂਗਾ, ਅਤੇ ਤੁਸੀਂ ਸੁਣੀ ਜਾਓ, ਕਾਰ 'ਚ ਜਾਓ, ਟਰੱਕ 'ਚ ਜਾਓ, ਜਿੱਥੇ ਵੀ ਜਾਂਦੇ ਹੋ ਤੁਸੀਂ ਸੁਣੋ ਅਤੇ ਆਪਣੇ ਇਤਿਹਾਸ ਦੇ ਨਾਲ ਵਾਕਫ ਹੋਵੋ। ਅਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਹੋਰ ਕਿਤਾਬ ਸੁਣਨੀ ਚਾਹੁੰਦੇ ਹੋ ਤਾਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਕਰਕੇ ਦੱਸ ਦਿਓ, ਅਤੇ ਮੈਂ ਆਸ ਕਰੂੰਗਾ ਕਿ ਜਲਦੀ ਹੀ ਉਹ ਕਿਤਾਬ ਲੱਭ ਕੇ ਅਤੇ ਤੁਹਾਡੇ ਲਈ ਮੈਂ ਜ਼ਰੂਰ ਪੜ੍ਹਾਂ। ਅੱਜ ਆਪਾਂ ਸ਼ੁਰੂ ਕਰਦੇ ਹਾਂ ਪ੍ਰਕਰਨ ਦੂਜਾ, ਸਿੱਖ ਇਤਿਹਾਸ ਕਨਿੰਘਮ ਦੁਆਰਾ ਲਿਖੀ ਗਈ, ਗੁਰਮੁਖ ਸਿੰਘ ਗੁਰਮੁਖ ਦੁਆਰਾ ਅਨੁਵਾਦਿਤ ਕੀਤੀ ਗਈ ਕਿਤਾਬ ਪ੍ਰਕਰਨ ਦੂਜਾ। ਪੁਰਾਤਨ ਹਿੰਦੀ ਮਤ ਮਤਾਂਤਰ, ਨਵੀਨ ਸੁਧਾਰ ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੰਨ 1539 ਈਸਵੀ ਤੱਕ। ਬੋਧੀ ਬ੍ਰਾਹਮਣ ਅਤੇ ਖੱਤਰੀ ਵਿਜਯੀ ਬ੍ਰਾਹਮਣੀ ਮਤ ਉੱਤੇ ਬੁੱਧ ਧਰਮ ਦਾ ਪ੍ਰਤੀਕਰਮ, ਕੱਟੜਪਣ ਦੀ ਹੱਦ, ਸ਼ੰਕਰਾਚਾਰਿਆ ਅਤੇ ਸ਼ਿਵ ਮਤ, ਧਾਰਮਿਕ ਮਤ, ਰਾਮਾਨੁਜ ਅਤੇ ਵੈਸ਼ਨੋ ਮਤ, ਮਾਇਆਕਰਮ, ਮੁਸਲਮਾਨੀ ਜਿੱਤਾਂ, ਬ੍ਰਾਹਮਣ ਮਤ ਅਤੇ ਮੁਸਲਮਾਨੀ ਮਤ ਦਾ ਇੱਕ ਦੂਜੇ ਉੱਤੇ ਪ੍ਰਭਾਵ, ਰਾਮਾਨੰਦ, ਗੋਰਖਨਾਥ, ਕਬੀਰ, ਚੈਤਨ ਅਤੇ ਵੱਲਭ ਦੀਆਂ ਨਵੀਨਤਾਈਆਂ, ਗੁਰੂ ਨਾਨਕ ਦੇ ਸੁਧਾਰ। ਇਸ ਪ੍ਰਕਰਨ ਦੂਜੇ ਵਿੱਚ ਇਹ ਸਾਰਾ ਕੁਛ ਆਏਗਾ। ਹਿੰਦੁਸਤਾਨ ਅਤੇ ਇਸ ਦੇ ਮਾਲਕ। ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੀਕ ਦੀ ਹਿੰਦੁਸਤਾਨ ਦੀ ਦਸ਼ਾ ਸੰਸਾਰ ਦੇ ਇਤਿਹਾਸ ਦਾ ਇੱਕ ਐਸਾ ਵਾਕਿਆ ਹੈ ਜਿਹੜਾ ਕਿ ਰੋਮ ਦੇ ਪਤਨ ਅਤੇ ਈਸਾਈਅਤ ਦੀ ਕਾਇਮੀ ਤੋਂ ਦੂਜੇ ਦਰਜੇ ਉੱਤੇ ਕਿਹਾ ਜਾ ਸਕਦਾ ਹੈ। ਆਰੰਭ ਕਾਲ ਵਿੱਚ ਦੱਖਣੀ ਘਾਟਾਂ ਤੋਂ ਹਿਮਾਲਾ ਪਰਬਤ ਤੀਕ ਦਾ ਏਸ਼ੀਆਈ ਟਾਪੂਨੁਮਾ ਇਲਾਕਾ ਜੰਗਜੂ ਕਾਕੇਸ਼ੀਅਨ ਕੌਮਾਂ ਨੇ ਆਬਾਦ ਕੀਤਾ ਜਾਪਦਾ ਹੈ। ਇਹ ਲੋਕ ਪੁਰਾਤਨ ਮੀਡਕ ਅਤੇ ਈਰਾਨੀ ਬੋਲੀਆਂ ਵਰਗੀ ਬੋਲੀ ਬੋਲਦੇ ਸਨ। ਇਹ ਲੋਕ ਇੱਧਰ ਉੱਧਰ ਵੱਡੇ ਵੱਡੇ ਦਰਿਆਵਾਂ ਦੇ ਕੰਢੇ ਅਤੇ ਸਮੁੰਦਰਾਂ ਦੇ ਸਾਹਿਲਾਂ ਦੇ ਨੇੜੇ ਤੇੜੇ ਛੋਟੀਆਂ ਕੌਮਾਂ ਬਣਾ ਕੇ ਰਹਿੰਦੇ ਸਨ। ਬੋਧੀ, ਇਹਨਾਂ ਦਾ ਧਰਮ ਬਾਥਲ ਵਾਲਿਆਂ ਅਤੇ ਮਿਸਰੀਆਂ ਨਾਲ ਮਿਲਦਾ ਜੁਲਦਾ ਸੀ। ਇਹ ਧਰਮ ਅੱਡ ਅੱਡ ਸੂਰਤਾਂ ਵਿੱਚ ਅਜੇ ਤੀਕ ਮਨੁੱਖ ਜਾਤੀ ਦੇ ਇੱਕ ਬਹੁਤ ਬੜੇ ਭਾਗ ਲਈ ਮੁਕਤੀਦਾਤਾ ਬਣਿਆ ਹੋਇਆ। ਆਰੀਆ ਵਰਤ ਅਰਥਾਤ ਨੇਕ ਬੰਦਿਆਂ ਦੀ ਧਰਤੀ ਵਿੱਚ ਦਿੱਲੀ, ਲਾਹੌਰ, ਗੁਜਰਾਤ ਅਤੇ ਬੰਗਾਲ ਦੇ ਇਲਾਕੇ ਸ਼ਾਮਲ ਹਨ। ਬ੍ਰਾਹਮਣ ਅਤੇ ਖੱਤਰੀ। ਸਭ ਤੋਂ ਪਹਿਲੇ ਜਿੱਥੇ ਲੋਕਾਂ ਦੀ ਸੁੱਤੀ ਹੋਈ ਸ਼ਕਤੀ ਜਾਗਰਿਤ ਵਿੱਚ ਆਈ ਉਹ ਸੀ ਉੱਤਰੀ ਗੰਗਾ ਦੇ ਕਿਨਾਰੇ। ਇਹ ਉਹ ਸ਼ਕਤੀ ਸੀ ਜਿਸ ਨੇ ਵਿਚਿੱਤਰ ਬ੍ਰਾਹਮਣੀ ਸੱਭਿਅਤਾ ਨੂੰ ਜਨਮ ਦਿੱਤਾ ਅਤੇ ਕੁਝ ਕੁ ਸੂਰਬੀਰ ਖਾਨਦਾਨਾਂ ਨੂੰ ਅਰਕੋਸ਼ੀਆ ਤੋਂ ਲੈ ਕੇ ਗੋਲਡਨ ਚਰਸਨੀਚ ਤੀਕ ਸਭ ਦਾ ਸਰਦਾਰ ਬਣਾ ਦਿੱਤਾ ਸੀ। ਦਾਰਾ ਗੁਸਤਾਸਪ ਦੀ ਤਾਕਤ ਅਤੇ ਸਿਕੰਦਰ ਦੀ ਸ਼ਾਨ ਯੂਨਾਨ ਦੇ ਫਲਸਫੇ ਅਤੇ ਚੀਨ ਦੇ ਧਰਮ ਨੂੰ ਦਰਸਾਉਣ ਵਾਲਾ ਹਿੰਦੁਸਤਾਨੀ ਹੀ ਹੈ। ਜਿਸ ਸਮੇਂ ਰੋਮ ਜਰਮਨਾਂ ਅਤੇ ਸਿੰਬਰੀਆਂ ਨਾਲ ਝਗੜ ਰਿਹਾ ਅਤੇ ਗੋਥਾਂ ਅਤੇ ਹਨਾਂ ਦਾ ਪਾਣੀ ਭਰ ਰਿਹਾ ਸੀ, ਹਿੰਦੂਆਂ ਨੇ ਬਿਨਾਂ ਕਿਸੇ ਯਤਨ ਦੇ ਸੀਥੀ ਵੈਸ਼ੀਆਂ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਸੀ। ਉਹਨਾਂ ਨੇ ਸ਼ਾਕਿਆਂ ਨੂੰ ਤਿੱਤਰ ਬਿੱਤਰ ਕਰ ਦਿੱਤਾ। ਉਹਨਾਂ ਨੇ ਗੀਟੀਆਂ ਨੂੰ ਆਪਣੀਆਂ ਪ੍ਰਸਿੱਧ ਜਾਤੀਆਂ ਵਿੱਚ ਸ਼ਾਮਲ ਕਰ ਲਿਆ ਅਤੇ ਦੂਜੇ ਲੋਕਾਂ ਪਾਸੋਂ ਆਪਣੀ ਰੱਖਿਆ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਹਿੰਦੁਸਤਾਨ ਨੇ ਪਿੱਛੋਂ ਤੋੜੀ ਵਿਜਯੀ ਇਸਲਾਮ ਦੀ ਤਰੱਕੀ ਨੂੰ ਤਾਂ ਰੋਕ ਦਿੱਤਾ, ਪਰ ਤੁਰਕਮਾਨੀ ਦਲਾਂ ਦੇ ਖੌਫਨਾਕ ਜੋਸ਼ ਨੂੰ ਕੋਈ ਠੱਲ ਨਾ ਪਾ ਸਕਿਆ।
ਮੁਸਲਮਾਨ। ਇਹ ਦੇਸ਼ ਮੁਸਲਮਾਨੀ ਸਲਤਨਤ ਦਾ ਸਭ ਤੋਂ ਵਧੇਰੇ ਸ਼ਾਨਦਾਰ ਮੁਲਕ ਬਣ ਗਿਆ ਅਤੇ ਅਰਬੀ ਪੈਗੰਬਰ ਦੇ ਆਲਮਾਂ ਨੇ ਹਿੰਦੂਪਣ ਦੀ ਜਹਿਨੀਅਤ ਨੂੰ ਸਦਾ ਲਈ ਤਬਦੀਲ ਕਰ ਦਿੱਤਾ। ਈਸਾਈ। ਹਿੰਦੁਸਤਾਨ ਦੇ ਲਖੂਖਾ ਮਿਹਨਤੀ ਲੋਕਾਂ ਦੀ ਖੁਸ਼ਹਾਲੀ ਹੁਣ ਪੱਛਮ ਦੀ ਸ਼ਾਨਦਾਰ ਕੌਮ ਨਾਲ ਸੰਬੰਧਿਤ ਹੋ ਗਈ ਹੈ ਅਤੇ ਯਹੂਦੀ ਧਰਮ ਅਤੇ ਰੋਮਨ ਸੱਭਿਅਤਾ ਦੇ ਪ੍ਰਤੀਨਿਧ ਨੇ ਬ੍ਰਾਹਮਣੀ ਫਲਸਫੇ, ਪੁਖਤਾਕਾਰ ਮੁੱਲਾਂ ਤੇ ਸਿੱਖ ਨਾਲ ਅਸੂਲ ਦੀ ਲੰਮੀ ਜੰਗ ਛੇੜ ਰੱਖੀ ਹੈ। ਬਾਹਮਣੀ ਮੱਤ ਦਾ ਜ਼ੋਰ ਫੜਨਾ। ਬ੍ਰਾਹਮਣ ਅਤੇ ਉਹਨਾਂ ਦੇ ਸੂਰਬੀਰ ਖੱਤਰੀਆਂ ਨੂੰ ਹਿੰਦੁਸਤਾਨ ਦੇ ਪੁਰਾਤਨ ਮੱਤ ਨਾਲ ਜੋ ਬੁੱਧ ਧਰਮ ਦੇ ਨਾਮ ਨਾਲ ਪ੍ਰਸਿੱਧ ਹੋਇਆ ਸਖਤ ਜੱਦੋਜਹਿਦ ਕਰਨੀ ਪਈ। ਮਸੀਹ ਤੋਂ 9 ਸਦੀਆਂ ਪਹਿਲਾਂ ਜਦੋਂ ਸਿਕੰਦਰ ਆਜ਼ਮ ਨੇ ਹਿੰਦੁਸਤਾਨ ਨੂੰ ਫਤਿਹ ਕੀਤਾ ਤੇ ਇਸ ਤੋਂ 700 ਸਾਲ ਮਗਰੋਂ ਜਦੋਂ ਸੈਲਾਨੀ ਫਾਹੀਅਨ ਹਿੰਦੁਸਤਾਨ ਵਿੱਚ ਆਇਆ ਤੇ ਜਦ ਮਨੂ ਨੇ ਆਪਣਾ ਧਰਮ ਸ਼ਾਸਤਰ ਲਿਖਿਆ ਤਦ ਆਰੀਆਂ ਤੋਂ ਛੁੱਟ ਹੋਰਨਾਂ ਲੋਕਾਂ ਦੀਆਂ ਬਾਦਸ਼ਾਹੀਆਂ ਵੀ ਮੌਜੂਦ ਸਨ। ਪਰਮਾਤਮਾ ਸੰਬੰਧੀ ਮਿਲੇ ਜੁਲੇ ਖਿਆਲਾਂ ਵਾਲੇ ਰਸਮੀ ਬੁੱਧ ਵਰਗ ਧਰਮ ਦੇ ਪਿਛਲੱਗਾਂ ਦੀ ਗਿਣਤੀ ਰੱਬ ਨੂੰ ਇੱਕ ਮੰਨਣ ਵਾਲੇ ਵੇਦਕ ਧਰਮੀਆਂ ਤੋਂ ਜਿਹੜੇ ਅੱਗ, ਹਵਾ ਅਤੇ ਸੂਰਜ ਦੇ ਉਪਾਸਕ ਸਨ ਕਿਤੇ ਵਧੇਕ ਸੀ। ਇਸ ਦੌਰ ਦੇ ਦੌਰਾਨ ਵਿੱਚ ਹਿੰਦੂ ਧਰਮ ਦੇ ਅਸੂਲ ਪੂਰੀ ਤਰ੍ਹਾਂ ਉਜਾਗਰ ਹੋ ਗਏ ਸਨ ਅਤੇ ਜਿੱਥੇ ਤੀਕ ਮਾਣ, ਵਡਿਆਈ ਅਤੇ ਵੱਖ-ਵੱਖ ਚਿੱਤਾਂ ਦਾ ਸੰਬੰਧ ਹੈ ਉਸ ਸਮੇਂ ਦੇ ਬਾਹਮਣ ਯੂਨਾਨੀਆਂ ਦੇ ਹੰਪਲਾ ਹੋ ਗਏ ਸਨ। ਉਸ ਸਮੇਂ ਦੀ ਬੁੱਧ ਕਵਿਤਾ ਵਿੱਚ ਸੋਚ ਸ਼ਕਤੀ ਆਪਣੀ ਟੀਸੀ ਉੱਤੇ ਪੁੱਜੀ ਹੋਈ ਸੀ ਅਤੇ ਰਾਮਾਇਣ ਤੇ ਮਹਾਭਾਰਤ ਅਜੇ ਤੀਕ ਲੋਕਾਂ ਦੇ ਚੱਲਣ ਤੇ ਖਿਆਲਾਂ ਨੂੰ ਪ੍ਰਭਾਵਿਤ ਕਰਦੇ ਸਨ। ਗਣਿਤ ਵਿਦਿਆ ਤੇ ਜੋਤਿਸ਼ ਵਿਦਿਆ ਇੰਨੀ ਮੁਕੰਮਲ ਸੀ ਕਿ ਸੂਰਜ ਅਤੇ ਚੰਦ ਦੀ ਚਾਲ ਦੀ ਸਹੀ ਮਿਣਤੀ ਵੀ ਕਰ ਲਈ ਗਈ ਸੀ। ਉਹ ਫਿਲਾਸਫੀ ਜਿਹੜੀ ਹੁਣ ਤੀਕ ਥੋੜ੍ਹੇ ਜਿਹੇ ਵਿਦਵਾਨਾਂ ਤੀਕ ਹੀ ਮਹਿਦੂਦ ਰਹੀ ਸੀ ਹੁਣ ਪਹਿਲੀ ਵਾਰ ਜਨਤਾ ਦਾ ਧਰਮ ਬਣੀ ਅਤੇ ਬ੍ਰਾਹਮਣੀ ਮੱਤ ਵਿੱਚ ਧਰਮ ਦੇ ਅੰਗ ਇਹ ਕਰਾਰ ਦਿੱਤੇ ਗਏ: ਈਸ਼ਵਰ ਦੀ ਏਕਤਾ, ਸੰਸਾਰ ਦਾ ਆਰੰਭ, ਆਤਮਾ ਦੀ ਅਟਲਤਾ ਤੇ ਮਨੁੱਖਾ ਜ਼ਿੰਮੇਵਾਰੀਆਂ। ਦੂਰ ਦੁਰਾਡੇ ਗੰਗਾ ਦੇ ਸਾਹਿਲਾਂ ਉੱਤੇ ਵਸਣ ਵਾਲੇ ਲੋਕਾਂ ਨੂੰ ਭਵਿੱਖਤ ਦੇ ਜੀਵਨ ਦਾ ਉਹ ਗਿਆਨ ਦਰਸਾਇਆ ਗਿਆ ਜਿਸ ਬਾਰੇ ਮੂਸਿਆਂ ਨੇ ਵੀ ਮੂੰਹ ਨਹੀਂ ਖੋਲ੍ਹਿਆ। ਇਸ ਤੋਂ ਯੂਨਾਨੀਆਂ ਤੇ ਰੋਮਨਾਂ ਦਾ ਬਹੁ ਰੱਬੀ ਮੱਤ ਵੀ ਅਣਜਾਣ ਸੀ। ਜਿੱਥੋਂ ਤੀਕ ਮੰਦ ਕਰਮਾਂ ਦੀ ਸਜ਼ਾ ਭੁਗਤਣ ਦੇ ਮਾਮਲੇ ਤੋਂ ਲੋਕਾਂ ਨੂੰ ਜਾਣੂ ਰੱਖਣ ਦਾ ਸੰਬੰਧ ਸੀ, ਵਿਆਸ ਜੀ ਅਫਲਾਤੂਨ ਤੋਂ ਵੀ ਬਾਜੀ ਲੈ ਗਏ ਸਨ। ਆਤਮਾ ਦੀ ਸਥਿਰਤਾ ਦੇ ਖਿਆਲਾਂ ਦਾ ਨਤੀਜਾ ਹੈ ਆਵਾਗਾਉਣ ਦਾ ਅਸੂਲ। ਸ਼ੁਭ ਕਰਮਾਂ ਨਾਲੋਂ ਸਰੀਰਕ ਕਿਰਿਆਵਾਂ ਅਤੇ ਦਿਮਾਗੀ ਰੁਚੀ ਨੂੰ ਵਧੇਕ ਗੁਣਕਾਰੀ ਸਮਝ ਲਿਆ ਗਿਆ ਅਤੇ ਬਾਹਮਣ ਸਰਕਾਰ ਵਿੱਚ ਮਨੁੱਖੀ ਅਸਮਾਨਤਾ ਅਤੇ ਧਰਮ ਦੇ ਰਾਖਿਆਂ ਨੂੰ ਉਹਨਾਂ ਦਾ ਵਾਰਸ ਬਣਾਉਣ ਦਾ ਰਿਵਾਜ ਜ਼ੋਰ ਫੜ ਗਿਆ। ਬੁੱਧ ਧਰਮ ਤੇ ਬ੍ਰਾਹਮਣੀ ਧਰਮ ਦੀ ਫਤਿਹ। ਹਿੰਦੁਸਤਾਨ ਵਿੱਚੋਂ ਬੁੱਧ ਧਰਮ ਨੂੰ ਬਾਹਰ ਕੱਢਣ ਵਿੱਚ ਬਾਹਮਣਾਂ ਨੂੰ ਪੂਰੀ ਸਫਲਤਾ ਹੋਈ। ਸੰਨ ਈਸਵੀ ਤੋਂ 900 ਸਾਲ ਮਗਰੋਂ ਜਦ ਸ਼ੰਕਰਾਚਾਰਿਆ ਨੇ ਸਾਰੇ ਭਾਰਤ ਵਰਸ਼ ਦਾ ਸਫ਼ਰ ਕਰਕੇ ਚਰਚਾ ਦਾ ਦੌਰ ਚਲਾਇਆ ਤਦ ਕੇਵਲ ਥੋੜ੍ਹੇ ਜਿਹੇ ਵਿਦਵਾਨ ਨੀਮ ਧਰਮੀ ਜੈਨੀ ਹੀ ਐਸੇ ਬਾਕੀ ਰਹਿ ਗਏ ਜਿਨ੍ਹਾਂ ਨੂੰ ਮਲੇਸ਼ੀਆਂ ਜਾਂ ਹਿੰਦੂ ਧਰਮ ਦੇ ਪਿਛਲੱਗਾਂ ਦੇ ਪ੍ਰਤੀਨਿਧ ਕਿਹਾ ਜਾ ਸਕਦਾ। ਖੱਤਰੀਆਂ ਨੇ ਆਪਣੀਆਂ ਬਾਦਸ਼ਾਹੀਆਂ ਕਾਇਮ ਕਰ ਲਈਆਂ ਸਨ ਅਤੇ ਕਈ ਬੇਧਰਮੇ ਰਾਜਿਆਂ ਨੂੰ ਜਾਂ ਤੇ ਫਤਿਹ ਕਰ ਲਿਆ ਜਾਂ ਉਹਨਾਂ ਨੂੰ ਆਪਣੇ ਧਰਮ ਵਿੱਚ ਦਾਖਲ ਕਰ ਲਿਆ ਅਤੇ ਉਹ ਬ੍ਰਾਹਮਣ ਜਿਹੜੇ ਪੈਗੰਬਰ ਹੋਣ ਤੋਂ ਸਦਾ ਇਨਕਾਰੀ ਰਹੇ ਤੇ ਬਤੌਰ ਮਿਸ਼ਨਰੀਆਂ ਪ੍ਰਚਾਰਕਾਂ ਦੇ ਪ੍ਰਚਾਰ ਕਰਦੇ ਰਹੇ, ਉਹਨਾਂ ਨੂੰ ਜੇ ਸ਼ਾਹੀ ਦਰਬਾਰ ਵਿੱਚ ਕੋਈ ਨਾ ਸੱਦਦਾ ਜਾਂ ਉਹਨਾਂ ਦੇ ਪਿਛਲੱਗਾਂ ਵਿੱਚੋਂ ਕੋਈ ਪ੍ਰਤਾਪੀ ਯੋਧਾ ਨਾ ਹੁੰਦਾ ਤਦ ਗੈਰ ਮੁਲਕਾਂ ਵਿੱਚ ਬੇਬਸ ਹੋ ਕੇ ਰਹਿ ਜਾਂਦੇ। ਮਿਲਾਪ ਅਤੇ ਤਾਕਤ ਵਿੱਚ ਘਾਟਾ। ਹਿੰਦੂ ਧਰਮ ਆਪਣੀ ਤਰੱਕੀ ਦੀ ਟੀਸੀ 'ਤੇ ਕੱਪੜ ਚੁੱਕਾ ਸੀ ਅਤੇ ਉਹਨੂੰ ਜੋ ਜਿੱਤਾਂ ਪ੍ਰਾਪਤ ਹੋਈਆਂ ਉਹ ਆਪਣੇ ਨਾਲ ਪਤਨ ਦੇ ਬੀਜ ਵੀ ਲੈ ਆਈਆਂ। ਪ੍ਰਦੇਸ਼ਾਂ ਵਿੱਚ ਮੇਲ ਜੋਲ ਦੇ ਕਾਰਨ ਉਹਨਾਂ ਦੇ ਧਾਰਮਿਕ ਅਸੂਲ ਵੀ ਪ੍ਰਵਾਨ ਕਰਨੇ ਪਏ ਤੇ ਮਨੁੱਖ ਦੇ ਅੰਦਰ ਹਮਦਰਦੀ ਦੀ ਜੋ ਪ੍ਰਬਲ ਇੱਛਾ ਹੁੰਦੀ ਹੈ ਉਸ ਦੇ ਕਾਰਨ ਉਹ ਅਦਿਸ ਅਤੇ ਨਿਰਜੀਵ ਪਰਮਾਤਮਾ ਨਾਲੋਂ ਆਪਣੇ ਸੁਭਾਅ ਦੇ ਅਨੁਕੂਲ ਵਸਤੂ ਦੀ ਪੂਜਾ ਕਰਨੀ ਵਧੇਕ ਪਸੰਦ ਕਰਦਾ। ਸਧਾਰਨ ਕਾਲੇ ਪੱਥਰ ਨੂੰ ਸ਼ਕਤੀਆਂ ਦਾ ਹਦਾਇਤਕਾਰ ਸਮਝਣ ਦੀ ਸਿੱਖਿਆ ਨਾਲ ਲੋਕਾਂ ਦੇ ਦਿਲ ਤੇ ਦਿਮਾਗ ਦੀ ਤਸੱਲੀ ਨਹੀਂ ਸੀ ਹੁੰਦੀ। ਉਹ ਸ਼ੰਕਰਾਚਾਰਿਆ ਨੂੰ ਵੀ ਜਿਸ ਨੇ ਬੁੱਧੀ ਮਾਦਾ ਪ੍ਰਸਤਾਂ ਦੇ ਮੂੰਹ ਬੰਦ ਕਰ ਦਿੱਤੇ ਸਨ, ਚਾਰ ਵਾਰਿਆਂ ਨੂੰ ਪਛਾੜ ਦਿੱਤਾ ਸੀ, ਸ਼ਕਤੀ ਅਤੇ ਸਦਾਚਾਰ ਦੀ ਪੂਜਾ ਨੂੰ ਪ੍ਰਵਾਨ ਕਰਨਾ ਹੀ ਪਿਆ ਅਤੇ ਉਸ ਨੂੰ ਮੰਦਰਾਂ ਵਿੱਚ ਮੂਰਤੀਆਂ ਤੇ ਬੇਸ਼ਕਲ ਚੀਜ਼ਾਂ ਦੀ ਪੂਜਾ ਲਈ ਮੰਦਰਾਂ ਵਿੱਚ ਸਥਾਪਨ ਕਰਨ ਦੀ ਆਗਿਆ ਦੇਣੀ ਪਈ। ਸ਼ੰਕਰਾਚਾਰਿਆ ਤੇ ਦੇਵ ਪੂਜਾ ਸੰਨ 800 ਤੋਂ 1000 ਤੱਕ ਰੱਬ ਦੀ ਸਿੱਧੀ ਪੂਜਾ ਕਰਨ ਦੀ ਹੁਣ ਲੋੜ ਨਾ ਰਹਿ ਗਈ। ਸ਼ਰਧਾਲੂ ਪਾਲਕ
ਵਿਸ਼ਨੂੰ, ਸੰਘਾਰਕ ਸ਼ਿਵ, ਸੂਰਜ ਦੇਵਤਾ, ਗਣੇਸ਼ ਦੇਵਤਾ ਅਥਵਾ ਸ਼ਕਤੀ ਦੀ ਪੂਜਾ ਇਸ ਨਿਸ਼ਚੇ ਨਾਲ ਕਰਦੇ ਸਨ ਕਿ ਉਹਨਾਂ ਦੀਆਂ ਅਰਦਾਸਾਂ ਸੁਣੀਆਂ ਜਾਣਗੀਆਂ ਤੇ ਉਹਨਾਂ ਦੀਆਂ ਭੇਟਾਂ ਪ੍ਰਮਾਤਮਾ ਆਪ ਪ੍ਰਵਾਨ ਕਰ ਲਵੇਗਾ। ਬੁੱਧ ਧਰਮ ਦਾ ਬ੍ਰਾਹਮਣੀ ਧਰਮ ਤੇ ਪ੍ਰਤੀਕਰਮ। ਪੁਰਾਤਨ ਬ੍ਰਾਹਮਣੀ ਪੂਜਾ ਪਰਿਵਾਰਕ ਜਾਂ ਯਕਾਤੀ ਪੂਜਾ ਸੀ, ਪਰ ਬੋਧੀਆਂ ਦੀ ਪਬਲਿਕ ਅਤੇ ਸਮੂਹਕ ਸੀ। ਬ੍ਰਾਹਮਣ ਸੰਨਿਆਸੀ ਆਪਣੇ ਪੈਰਵਾਂ ਤੋਂ ਅਲੱਗ-ਥਲੱਗ ਰਹਿੰਦੇ, ਪਰ ਬੋਧੀ ਭਿਕਸ਼ੂ ਸ਼ਰਧਾਲੂਆਂ ਦੀ ਜਮਾਤ ਦੇ ਹੀ ਮੈਂਬਰ ਬਣ ਜਾਂਦੇ ਸਨ। ਸੰਨਿਆਸ ਧਾਰਨ ਤੋਂ ਪਹਿਲਾਂ ਬ੍ਰਾਹਮਣ ਆਪਣੇ ਬਾਲ ਬੱਚੇ ਨੂੰ ਪਾਲਦੇ ਸਨ, ਪਰ ਬੋਧੀ ਭਿਕਸ਼ੂ ਕੁਆਰੇ ਜਾਂ ਬ੍ਰਹਮਚਾਰੀ ਰਹਿਣ ਦਾ ਪ੍ਰਣ ਧਾਰਦੇ ਅਤੇ ਦੁਨਿਆਵੀ ਐਸ਼ਾਂ ਨੂੰ ਤਿਆਗਦੇ ਸਨ। ਸ਼ੰਕਰਾਚਾਰਿਆ ਦਾ ਸੰਨਿਆਸ ਅਤੇ ਸ਼ਿਵ ਮਤ ਨੂੰ ਵਿਸ਼ੇਸ਼ਤਾ ਦੇਣ। ਪ੍ਰਾਜਿਤ ਲੋਕਾਂ ਦੇ ਰਸਮ ਤੇ ਰਿਵਾਜਾਂ ਦਾ ਅਸਰ ਵਿਜਈਆਂ ਉੱਤੇ ਵੀ ਹੋਇਆ ਅਤੇ ਸ਼ੰਕਰਾਚਾਰਿਆ ਨੇ ਕੱਟੜਪਨ ਨੂੰ ਪੱਕਿਆ ਕਰਨ ਦੇ ਯਤਨਾਂ ਵਿੱਚ ਸੇਂਟ ਬਾਵਲ ਅਤੇ ਪੋਪ ਹੋਨੇਰੀਅਸ ਦਾ ਡਬਲ ਪਾਰਟ ਅਦਾ ਕੀਤਾ। ਉਸਨੇ ਬਾਹਮਣ ਸੰਨਿਆਸੀਆਂ ਦਾ ਇੱਕ ਮੱਠ ਕਾਇਮ ਕੀਤਾ। ਉਸਨੇ ਡੰਡੇ ਅਤੇ ਗਾਗਰ ਵਾਲੇ ਇਕਾਂਤਵਾਸੀ ਡਾਂਡੀ ਨੂੰ, ਜੋ ਕਦੇ ਬ੍ਰਹਮਚਾਰੀ ਅਤੇ ਭਿਕਸ਼ੂ ਹੁੰਦਾ ਤੇ ਪਵਿੱਤਰ ਜੀਵਨ ਬਤੀਤ ਕਰਦਾ ਸੀ, ਆਪਣੇ ਮਤ ਦਾ ਆਗੂ ਬਣਾ ਦਿੱਤਾ। ਸ਼ਿਵ ਜੀ ਨੂੰ ਆਪਣਾ ਪ੍ਰਮਾਤਮਾ ਥਾਪਣ ਮਗਰੋਂ ਇਹ ਪੰਥ ਹੋਰ ਵੀ ਸਪਸ਼ਟ ਹੋ ਗਿਆ। ਉਸਦੀ ਮਿਸਾਲ ਦੀ ਛੇਤੀ ਹੀ ਪੈਰਵੀ ਕੀਤੀ ਗਈ। ਰਾਮਾਨੁਜ ਅਤੇ ਵੈਸ਼ਨੋ ਮਤ 1005 ਤੋਂ 1200 ਤੱਕ। 11ਵੀਂ ਸਦੀ ਦੇ ਦੌਰਾਨ ਵਿੱਚ ਰਾਮਾਨੁਜ ਜੀ ਬ੍ਰਾਹਮਣੀ ਮਤ ਕਾਇਮ ਕੀਤਾ। ਇਹਨਾਂ ਲੋਕਾਂ ਨੇ ਸੁਧਾਰ ਨੂੰ ਮੁੱਖ ਰੱਖਿਆ। ਵੈਸ਼ਨੋ ਲੋਕ ਵਿਸ਼ਨੂੰ ਨੂੰ ਹੀ ਪ੍ਰਮਾਤਮਾ ਦਾ ਅਵਤਾਰ ਮੰਨਦੇ ਸਨ। ਇਹਨਾਂ ਨੇ ਪ੍ਰਮਾਤਮਾ ਨੂੰ ਰੂਪ ਅਤੇ ਗੁਣਾਂ ਦਾ ਨਾਮ ਦੇ ਕੇ ਨੀਚਾ ਕਰ ਦਿੱਤਾ ਸੀ। ਨਵਾਂ ਪੰਥ ਚਲਾਉਣ ਦੇ ਨਤੀਜੇ ਦੇ ਤੌਰ ਉੱਤੇ ਜ਼ਰੂਰੀ ਹੋ ਜਾਂਦਾ ਹੈ ਕਿ ਉਸਦੇ ਸਿਧਾਂਤ ਵੱਲ ਜਾਂ ਮਜ਼ਹਬੀ ਆਗੂ ਦੇ ਹੁਕਮਾਂ ਵੱਲ ਵਧੇਕ ਧਿਆਨ ਦਿੱਤਾ ਜਾਏ। ਭੁੱਲ ਗੁਰੂ। ਬ੍ਰਾਹਮਣ ਦੀ ਜਾਤ ਨੂੰ ਸਦਾ ਹੀ ਪਵਿੱਤਰ ਮੰਨਿਆ ਜਾਂਦਾ ਰਿਹਾ ਹੈ। ਲੋਕਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਪਰਮਾਤਮਾ ਬੋਧੀ ਆਪਣੀ ਆਤਮਾ ਨੂੰ ਸਰੀਰ ਨਾਲੋਂ ਵੱਖ ਕਰ ਸਕਦਾ ਹੈ ਤੇ ਇਸ ਸੰਸਾਰ ਵਿੱਚ ਈਸ਼ਵਰ ਦੀ ਪ੍ਰਾਪਤੀ ਕਰ ਸਕਦਾ ਸੀ। ਜਦ ਸ਼ੰਕਰਾਚਾਰਿਆ ਨੇ ਉਸਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਆਪਣੇ ਕੁਝ ਚੋਣਵੇਂ ਚੇਲਿਆਂ ਨੂੰ ਆਪਣੀ ਸੰਪਰਦਾ ਵਿੱਚੋਂ ਕੱਢ ਦਿੱਤਾ, ਤਦ ਲੋਕਾਂ ਦੇ ਦਿਲਾਂ ਵਿੱਚ ਆਚਾਰਿਆ ਦੀ ਇੱਛਰ ਹੋਰ ਵੀ ਵੱਧ ਗਈ ਅਤੇ ਥੋੜ੍ਹੀ ਹੀ ਚਿਰੇ ਖਿਆਲ ਕੀਤਾ ਜਾਣ ਲੱਗ ਪਿਆ ਕਿ ਗੁਰੂ ਲਈ ਸਭ ਚੀਜ਼ਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਤਨ, ਮਨ ਤੇ ਧਨ ਸਭ ਕੁਝ ਗੁਰੂ ਤੋਂ ਨਿਸ਼ਾਵਰ ਕਰ ਦੇਣਾ ਚਾਹੀਦਾ ਹੈ। ਆਤਮਕ ਗੁਰੂ ਦੀ ਪੂਰੀ ਤਾਬੇਦਾਰੀ ਕਰਨ ਨਾਲ ਉਸਦੇ ਪਵਿੱਤਰ ਮਿਸ਼ਨ ਦੀ ਪੂਰਤੀ ਹੁੰਦੀ ਹੈ। ਕਿਸੇ ਜ਼ਾਲਮ ਚੇਲੇ ਦੀ ਅੰਤਰ ਆਤਮਾ ਦੀ ਆਵਾਜ਼ ਨੂੰ ਸਮਝਣਾ ਬੜਾ ਕਠਿਨ ਹੈ। ਦਿਲੀ ਜਜ਼ਬਾਤ ਦੀ ਥਾਂ ਨਿਯਮ ਰਸਮਾਂ ਮੱਲ ਲੈਂਦੀਆਂ ਹਨ ਅਤੇ ਉਸਨੂੰ ਆਪਣੇ ਮਤ ਦੀ ਤਬਦੀਲੀ ਨੂੰ ਹੱਕ ਬਜਾਨਬ ਕਰਾਰ ਦੇਣ ਲਈ ਕਰੜੀ ਭਗਤੀ ਕਰਨੀ ਪੈਂਦੀ ਹੈ। ਸ਼ਾਂਤਮਈ ਅਤੇ ਸਿੱਖਿਅਤ ਜਾਤੀਆਂ ਦੇ ਪਿਛਲੱਗਾਂ ਵਿੱਚ ਸੱਚਾਈ ਅਤੇ ਪ੍ਰਣ ਨੂੰ ਪਰਖਣ ਲਈ ਉਸਦਾ ਧਰਮ ਵੇਖਿਆ ਜਾਂਦਾ ਹੈ ਅਤੇ ਹਿੰਦੁਸਤਾਨ ਦੇ ਸੁਧਾਰਕਾਂ ਨੇ ਵੀ ਮੁਕਤੀ ਦੇ ਚਾਹਵਾਨਾਂ ਅਤੇ ਧਰਮ ਦੇ ਢੁੰਡਾਊਆਂ ਪਾਸੋਂ ਇਹੋ ਜਿਹੇ ਪ੍ਰਣ ਲੈਣੇ ਸ਼ੁਰੂ ਕਰ ਦਿੱਤੇ ਸਨ। ਧਰਮ ਵਿਰੋਧੀ ਪ੍ਰਚਾਰ। ਧਾਰਮਿਕ ਅਸੂਲਾਂ ਦੇ ਵਿਰੁੱਧ ਦਾਰਸ਼ਨਿਕ ਖਿਆਲਾਂ ਦਾ ਬੜਾ ਪ੍ਰਚਾਰ ਸ਼ੁਰੂ ਹੋ ਗਿਆ। ਵਿਦਿਆ ਪ੍ਰਚਾਰ, ਧਨ ਦੀ ਅਧਿਕਤਾ, ਵਾਦ ਵਿਵਾਦ ਕਾਰਨ ਮਨੁੱਖਾਂ ਵਿੱਚ ਧਰਮ ਵਿਰੋਧੀ ਖਿਆਲ ਜ਼ੋਰ ਫੜ ਗਏ ਅਤੇ 6 ਮਤਾਂ ਵਿਰੁੱਧ 6 ਸ਼ਾਸਤਰ ਤਿਆਰ ਹੋ ਗਏ, ਜਿਨ੍ਹਾਂ ਨੇ ਮਨੁੱਖਾਂ ਅਨੁਭਵਾਂ ਅਤੇ ਪ੍ਰਕਿਰਤੀ ਦੀ ਬਜਾਏ ਅਕਲੀ ਕਿਆਸਰਾਈਆਂ ਨਾਲ ਈਸ਼ਵਰੀ ਗਿਆਨ ਪ੍ਰਾਪਤ ਕਰਨ ਦਾ ਯਤਨ ਕੀਤਾ। ਇਹਨਾਂ ਲੋਕਾਂ ਨੇ ਮਾਦੇ ਦੀ ਅਸਲੀਅਤ ਅਤੇ ਗੈਰਫਾਨੀ ਹੋਣ ਦੇ ਵਿਸ਼ੇ ਉੱਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜੀਵ ਅਤੇ ਆਤਮਾ ਵੱਖ-ਵੱਖ ਹਨ ਜਾਂ ਇਹਨਾਂ ਦਾ ਆਪੋ ਵਿੱਚ ਅਤੇ ਪਰਮਾਤਮਾ ਨਾਲ ਵੀ ਸੰਬੰਧ ਹੈ। ਇਸ ਗੱਲ ਉੱਤੇ ਬਹਿਸ ਸ਼ੁਰੂ ਹੋ ਗਈ। ਇਹਨਾਂ ਬਹਿਸਾਂ ਦਾ ਫਲ ਇਹ ਨਿਕਲਿਆ ਕਿ ਕਈ ਲੋਕ ਮਹਿਦੂਦ ਖੁਦਾਈ ਨੂੰ ਮੰਨਣ ਲੱਗ ਪਏ ਤੇ ਕਈ ਨਾਸਤਕ ਹੋ ਗਏ। ਮਾਇਆਵਾਦ ਦਾ ਪ੍ਰਚਾਰ। ਸਧਾਰਨ ਤੌਰ ਉੱਤੇ ਲੋਕਾਂ ਦੀ ਰੁਚੀ ਮਾਇਆ ਦੇ ਸਿਧਾਂਤ ਨੂੰ ਮੰਨਣ ਵੱਲ ਹੋ ਗਈ, ਜਿਸ ਦੇ ਮੁਤਾਬਕ ਇਹ ਮਾਦੀ ਦੁਨੀਆ ਮਿੱਥਿਆ ਹੈ, ਇੱਥੇ ਕੋਈ ਵੀ ਸ਼ੈ ਸਥਾਈ ਨਹੀਂ। ਪਿੱਛੋਂ ਆਉਣ ਵਾਲੇ ਸੁਧਾਰਕਾਂ ਨੇ ਵੀ ਇਸ ਸਿਧਾਂਤ ਨੂੰ ਬੜੀ ਸਰਗਰਮੀ ਨਾਲ ਪ੍ਰਵਾਨ ਕਰ ਲਿਆ ਤੇ ਇਹ ਸਿਧਾਂਤ ਧਰਮ ਅਤੇ ਸਦਾਚਾਰ ਵਿੱਚ ਦਾਖਲ ਹੋ ਗਿਆ। ਬ੍ਰਾਹਮਣੀ ਧਰਮ ਦਾ ਪਤਨ। ਸੰਨ ਈਸਵੀ ਤੋਂ 1000 ਸਾਲ ਪਿੱਛੋਂ ਹਿੰਦੂ ਧਰਮ ਦੀ ਇਹ ਦਸ਼ਾ ਹੋ ਚੁੱਕੀ ਸੀ। ਸਧਾਰਨ ਲੋਕਾਂ ਲਈ ਜਿਹੜਾ ਅਸਲ ਧਰਮ ਚਾਲੂ ਕੀਤਾ ਗਿਆ ਸੀ, ਉਸ ਨੂੰ ਨਸਲੀ ਵਿਖੇਪਤਾ ਦੀ ਪ੍ਰਵਾਨਗੀ ਨਾਲ ਬੜੀ ਹਾਨੀ ਪੁੱਜੀ। ਬ੍ਰਾਹਮਣਾਂ ਨੇ ਆਪਣੇ ਆਪ ਨੂੰ ਸਿਪਾਹੀਆਂ ਅਤੇ ਕਿਸਾਨਾਂ ਤੋਂ ਅੱਡ ਕਰ ਲਿਆ।
ਉਹਨਾਂ ਨੇ ਦੇਵਤਿਆਂ ਦੀ ਅਧਿਕਤਾ ਨੂੰ ਪ੍ਰਵਾਨ ਕਰਕੇ ਧਰਮਾਤਮਾ ਗ੍ਰਸਤੀਆਂ ਦੀਆਂ ਜਾਤੀਆਂ ਨਾਲੋਂ ਜੋਗੀਆਂ ਤੇ ਸੰਨਿਆਸੀਆਂ ਨੂੰ ਵਧੇਕ ਵਿਸ਼ੇਸ਼ਤਾ ਦੇ ਕੇ ਉਹਨਾਂ ਨੇ ਆਪਣੇ ਇਤਿਹਾਦ ਤੇ ਇਤਫਾਕ ਨੂੰ ਬਰਬਾਦ ਕਰ ਲਿਆ। ਥੋੜ੍ਹੇ ਹੀ ਸਮੇਂ ਦੇ ਅੰਦਰ ਇਹ ਦੇਵਤੇ ਇੱਕ ਦੂਜੇ ਦੇ ਵੈਰੀ ਸਮਝੇ ਜਾਣ ਲੱਗ ਪਏ ਅਤੇ ਇਹਨਾਂ ਦੇ ਪੁਜਾਰੀ ਵੀ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਸਖਤ ਜਾਣ ਕਸ਼ਤਰੀ ਯੋਧੇ ਸਿਆਸੀ ਹੁਕਮਰਾਨ ਬਣ ਗਏ। ਉਹਨਾਂ ਦੇ ਆਪਣੇ ਹੀ ਮੰਤਵ ਸਨ ਤੇ ਉਹ ਆਪਣੇ ਹੀ ਪ੍ਰੋਤਾਂ ਜਾਂ ਦੇਵਤਿਆਂ ਨੂੰ ਵਿਸ਼ੇਸ਼ਤਾ ਦਿੰਦੇ ਸਨ। ਪੂਜਾ ਪਾਠ ਦੇ ਮਾਮਲੇ ਵਿੱਚ ਬੇਅੰਤ ਲੋਕਾਂ ਨੂੰ ਸ਼ੱਕ ਸ਼ੁਬੇ ਉਤਪੰਨ ਹੋ ਗਏ ਅਤੇ ਮਤਭੇਦ ਰੱਖਣ ਵਾਲੇ ਪ੍ਰੋਤਾਂ ਦੀ ਸੱਚਾਈ ਪਵਿੱਤਰਤਾ ਉੱਤੋਂ ਲੋਕਾਂ ਦਾ ਨਿਸ਼ਚਾ ਉੱਡ ਗਿਆ। ਅਰਬੀ ਲੋਕਾਂ ਦੇ ਹਿੰਦ ਉੱਤੇ ਆਰੰਭਕ ਹਮਲੇ। ਹੁਣ ਨਵੇਂ ਲੋਕ ਦੇਸ਼ ਵਿੱਚ ਦਾਖਲ ਹੋਏ ਅਤੇ ਇਸ ਨਵੇਂ ਭਾਗ ਨੇ ਮਿਲਗੋਭੇ ਹਿੰਦੂ ਧਰਮ ਦੇ ਪਤਨ ਨੂੰ ਹੋਰ ਨੇੜੇ ਲਿਆਂਦਾ। ਸਨ ਹਿਜਰੀ ਦੀ ਪਹਿਲੀ ਤੇ ਦੂਜੀ ਸਦੀ ਅੰਦਰ ਅਰਬਾਂ ਨੇ ਹਿੰਦ ਉੱਤੇ ਜਿਹੜੇ ਹਮਲੇ ਕੀਤੇ ਉਹਨਾਂ ਤੋਂ ਹਿੰਦੁਸਤਾਨ ਵਧੇਕ ਪ੍ਰਭਾਵਿਤ ਨਾ ਹੋਇਆ। ਜਦੋਂ ਅਬਾਸੀ ਖਲੀਫਿਆਂ ਨੇ ਜ਼ੋਰ ਫੜਿਆ ਤਾਂ ਉਹਨਾਂ ਅੰਦਰ ਆਪਣੀ ਵਿਸ਼ਾਲ ਸਲਤਨਤ ਨੂੰ, ਜਿਹੜੀ ਹਿਸਪਾਨੀਆ ਦੇ ਵੱਖ ਹੋ ਜਾਣ ਤੋਂ ਕਮਜ਼ੋਰ ਹੋ ਚੁੱਕੀ ਸੀ, ਹੋਰ ਪੱਕਿਆਂ ਕਰਨ ਦਾ ਜਜ਼ਬਾ ਪੈਦਾ ਹੋਇਆ ਤੇ ਇਸ ਲਈ ਉਹ ਦੂਰ ਦੁਰਾਡੇ ਦੇਸ਼ਾਂ ਉੱਪਰ ਚੜ੍ਹਾਈਆਂ ਵਿੱਚ ਆਪਣੀ ਤਾਕਤ ਜ਼ਾਹਿਰ ਕਰਨਾ ਨਹੀਂ ਸਨ ਚਾਹੁੰਦੇ। ਇਸ ਤੋਂ ਛੁੱਟ ਹੁਣ ਅਰਬ ਇੱਕ ਮਨ ਵਾਲੇ ਪੁਰਜੋਸ਼ ਸਿਪਾਹੀਆਂ ਦਾ ਦੇਸ਼ ਨਹੀਂ ਰਹਿ ਗਿਆ ਸੀ, ਸਗੋਂ ਉਹ ਸਵਾਰਥੀ ਤੇ ਲੜਾਕਾ ਬਣ ਚੁੱਕਾ ਸੀ। ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਦੇਸ਼ ਵਾਸੀਆਂ ਅੰਦਰ ਜਿਹੜਾ ਅਸਲ ਜੋਸ਼ ਭਰਿਆ ਉਹ ਟੀਸੀ ਤੀਕ ਪੁੱਜ ਚੁੱਕਾ ਸੀ। ਕੁਸਤਨਤਨੀਆ ਦੇ ਈਸਾਈਆਂ ਤੇ ਦਿੱਲੀ ਦੇ ਕਾਫਰਾਂ ਉੱਤੇ ਫਤਿਹ ਪਾਉਣ ਲਈ ਮੁਸਲਮਾਨ ਧਰਮ ਵਿੱਚ ਈਮਾਨ ਦਾ ਨਵਾਂ ਜੋਸ਼ ਭਰਨ ਦੀ ਲੋੜ ਸੀ। ਇਹ ਨਵਾਂ ਜੋਸ਼ ਕੁਸ਼ ਤੇ ਪਹਾੜੀ ਕੁਰਦਾਂ ਤੇ ਬਹੁਤਾ ਡੰਗਰ ਚਾਰਨ ਵਾਲੇ ਤੁਰਕਮਾਨ ਲਿਆ ਗਿਆ, ਜਿਹੜੇ ਕੁਛ ਅਣਜਾਣੇ ਕਾਰਨ ਕਰਕੇ ਦੱਖਣ ਦੇ ਉਪਜਾਊ ਅਤੇ ਧਨ ਵਾਲੇ ਭਰਪੂਰ ਇਲਾਕੇ ਵੱਲ ਧੱਕੇ ਆਏ ਸਨ। ਤੁਰਕਮਾਨਾਂ ਤੇ ਮੁਸਲਮਾਨ ਬਣਨ ਨਾਲ ਇਸਲਾਮ ਵਿੱਚ ਨਵਾਂ ਸ਼ੌਕ। 9ਵੀਂ ਸਦੀ ਦੇ ਦੌਰਾਨ ਇਹ ਜੰਗਜੂ ਗਡਰੀਏ ਦਰਿਆ ਸਿੰਧ ਤੋਂ ਲੈ ਕੇ ਕਾਲੇ ਸਾਗਰ ਤੀਕ ਆਬਾਦ ਹੋਣੇ ਸ਼ੁਰੂ ਹੋਏ। ਇਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਦਬਾ ਲਿਆ ਤੇ ਮੁਹੰਮਦੀ ਸਲਤਨਤ ਦੀ ਉਵੇਂ ਹੀ ਨੀਂਹ ਰੱਖੀ ਜਿਵੇਂ ਗੋਬਾਂ, ਵੈਡਲਾਂ ਤੇ ਉਹਨਾਂ ਦੀ ਔਲਾਦ ਨੇ ਆ ਕੇ ਆਗਸਟਸ ਅਤੇ ਟਾਰਜਨ ਦੇ ਇਲਾਕਿਆਂ ਨੂੰ ਆਪਣੇ ਵਿੱਚ ਜਜ਼ਬ ਕਰਕੇ ਰੱਖੀ ਸੀ। ਤੁਗਲਕ ਬੇਗ ਤੇ ਸਲਾਹਦੀਨ ਮਟੀਲੀ ਕੌਮਾਂ ਤੇ ਥਿਊਡੋਰਾ ਨਾਲ ਹੀ ਮਿਲਦੇ ਜੁਲਦੇ ਸਨ। ਬਗਦਾਦ ਦੇ ਮਲਾਣੇ ਅਤੇ ਸੈਯਦ ਕਾਫਰਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਉਨੇ ਹੀ ਪੁਰਜੋਸ਼ ਸਨ ਜਿੰਨੇ ਕਿ ਯੂਨਾਨੀ ਤੇ ਲਤੀਨੀ ਗਿਰਜਿਆਂ ਦੇ ਬਿਸ਼ਪ ਤੇ ਡੀਕਨ ਨਕਲ ਮਕਾਨੀ ਕਰਨ ਵਾਲੇ ਉਹ ਵੈਸ਼ੀ ਜਿਨ੍ਹਾਂ ਯੂਰਪ ਤੇ ਹੱਲਾ ਬੋਲਿਆ। ਈਸਾਈ ਬਣ ਗਏ ਤੇ ਜਿਨ੍ਹਾਂ ਨੇ ਏਸ਼ੀਆ ਵਿੱਚ ਲੁੱਟ ਮਚਾਈ। ਉਹਨਾਂ ਇਸਲਾਮ ਧਾਰਨ ਕਰ ਲਿਆ। ਉਹਨਾਂ ਨੇ ਅਨਿਸ਼ਚਿਤ ਤੇ ਕੱਚੇ ਪਿੱਲੇ ਖਿਆਲਾਂ ਉੱਤੇ ਉਲਮਾਵਾਂ ਅਤੇ ਸਭਿਅਤਾ ਨੇ ਗਲਬਾ ਪਾ ਲਿਆ। ਇਹ ਲੋਕ ਇੱਕ ਖੁਦਾਈ ਬਾਦਸ਼ਾਹ ਨੂੰ ਮੰਨਣ ਲੱਗ ਪਏ। ਇਸ ਤਰ੍ਹਾਂ ਦੀਨ ਅਤੇ ਬਾਦਸ਼ਾਹਤ ਨੂੰ ਆਪਣਾ ਮੰਤਵ ਬਣਾ ਕੇ ਤੁਰਕਾਂ ਨੇ ਇੱਕ ਪਾਸੇ ਹਿੰਦੁਸਤਾਨ ਨੂੰ ਆ ਦਬਾਇਆ ਅਤੇ ਦੂਜੇ ਪਾਸੇ ਬੀਜਨਟਾਈਨ ਕੈਂਸਰਾਂ ਦੇ ਖਤਮ ਹੋ ਰਹੇ ਸੂਬਿਆਂ ਨੂੰ ਜਾਮ ਲਿਆ। ਮਹਿਮੂਦ ਦਾ ਹਿੰਦੁਸਤਾਨ ਉੱਤੇ ਹਮਲਾ। ਸੰਨ 1001 ਈਸਵੀ ਵਿੱਚ ਮਹਿਮੂਦ ਨੇ ਦਰਿਆ ਸਿੰਧ ਪਾਰ ਕੀਤਾ। ਉਹ ਵਾਕਿਆ ਉਸ ਤੋਂ ਥੋੜ੍ਹੇ ਚਿਰ ਮਗਰੋਂ ਦਾ ਹੈ, ਜਦ ਕਿ ਸ਼ੰਕਰਾਚਾਰਿਆ ਦੇ ਵਿਰੋਧੀ ਖਿਆਲਾਂ ਨੂੰ ਰੋਕਣ ਅਤੇ ਵਤਨੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਭਿੰਨ ਮਤ ਮਤਾਂਤਰਾਂ ਨੂੰ ਮਹਿਦੂਦ ਕਰਨ ਦਾ ਬਿਰਥਾ ਯਤਨ ਹੋਇਆ ਸੀ। ਉਹਨੇ ਪੰਜਾਬ ਨੂੰ ਸਥਾਈ ਤੌਰ ਉੱਤੇ ਕਬਜ਼ੇ ਵਿੱਚ ਕਰ ਲਿਆ ਅਤੇ ਸੁਲਤਾਨ ਦੀ ਮੌਤ ਮਗਰੋਂ ਕਨੌਜ ਅਤੇ ਗੁਜਰਾਤ ਨੂੰ ਵੀ ਫਤਿਹ ਕਰ ਲਿਆ। ਲਗਭਗ 1183 ਈਸਵੀ ਵਿੱਚ ਗੌਰੀਆਂ ਨੇ ਗਜ਼ਨਵੀਆਂ ਨੂੰ ਬਾਹਰ ਕੱਢ ਦਿੱਤਾ। ਇਹਨਾਂ ਜਾਬਰ ਹਮਲਾਵਰਾਂ ਨੇ ਬੰਗਾਲ ਨੂੰ ਫਤਿਹ ਕਰ ਲਿਆ ਤੇ ਜਦ ਐਬਕ ਤੁਰਕਾਂ ਨੇ ਸੰਨ 1206 ਵਿੱਚ ਪੱਕੀ ਤਰ੍ਹਾਂ ਪੈਰ ਜਮਾ ਲਏ ਤਦ ਹਿੰਦੁਸਤਾਨ ਇਸਲਾਮੀ ਦੁਨੀਆ ਦਾ ਇੱਕ ਵੱਖਰਾ ਹੀ ਭਾਗ ਬਣ ਗਿਆ। ਹਿੰਦੁਸਤਾਨੀ ਮੁਸਲਮਾਨੀ ਦੁਨੀਆ ਦਾ ਵੱਖਰਾ ਭਾਗ ਬਣਿਆ 1206 ਈਸਵੀ। ਅਗਲੇ 150 ਸਾਲ ਵਿੱਚ ਸਾਰੇ ਹਿੰਦ ਉੱਤੇ ਇਹਨਾਂ ਦਾ ਕਬਜ਼ਾ ਹੋ ਗਿਆ। ਬਤੌਰ ਹੁਕਮਰਾਨਾਂ ਦੇ 13ਵੀਂ ਸਦੀ ਵਿੱਚ ਮੁਗਲਾਂ ਦੀ ਅਤੇ 15ਵੀਂ ਸਦੀ ਵਿੱਚ ਅਫਗਾਨਾਂ ਦੀ ਆਮਦ ਨੇ ਹੌਲੀ ਹੌਲੀ ਪਰਜਾ ਦੀ ਬੋਲੀ ਅਤੇ ਖਿਆਲਾਂ ਨੂੰ ਵੀ ਤਬਦੀਲ ਕਰ ਦਿੱਤਾ। ਖਿਲਜੀ, ਤੁਗਲਕ, ਲੋਧੀ ਬਹੁਤ ਘੱਟ ਤਸਵੀ ਸਨ। ਉਹ ਕਾਨੂੰਨ ਮੁਤਾਬਕ ਖਰਾਜ ਵਸੂਲਦੇ ਤੇ ਦੀਨ ਫੈਲਾਉਣ ਨਾਲੋਂ ਟੈਕਸ ਵਸੂਲ ਕਰਨਾ ਵਧੇਕ ਲਾਭਵੰਦ ਸਮਝਦੇ। ਇਹਨਾਂ ਲੋਕਾਂ ਨੇ ਜਿੱਤੇ ਹੋਏ ਮੁਲਕ ਨੂੰ ਆਪਣਾ ਦੇਸ਼ ਥਾਪ ਲਿਆ। ਬੇਸ਼ੁਮਾਰ ਮਸੀਤਾਂ ਉਹਨਾਂ ਦੀ ਪਾਰਸਾਈ ਅਤੇ ਸ਼ਾਹ ਦਿਲੀ ਦਾ ਸਬੂਤ ਹਨ ਅਤੇ ਸਾਕਾ ਸੰਨ ਦੀ ਬਜਾਏ ਸੂਰ ਜਾਂ ਸਬੂਰ ਸੰਨ ਜਾਰੀ ਕਰਨ ਤੋਂ ਸਾਬਤ ਹੁੰਦਾ ਹੈ ਕਿ ਸਧਾਰਨ ਕਾਰੋਬਾਰ ਅਤੇ ਕਾਸ਼ਤਕਾਰੀ ਦੀਆਂ ਲੋੜਾਂ ਵੱਲ ਉਹਨਾਂ ਦਾ ਖਾਸ ਧਿਆਨ ਸੀ। ਵਿਜਯੀ ਹਿੰਦੀ ਬਣ ਗਏ।
ਇਹ ਵਿਜयी ਮੁਸਲਮਾਨ ਹਿੰਦੀ ਬਣ ਗਏ ਅਤੇ 16ਵੀਂ ਸਦੀ ਵਿੱਚ ਸ਼ਹਿਨशाह ਅਕਬਰ ਨੂੰ ਐਸੀ ਨੈਸ਼ਨਲ ਗੌਰਮੈਂਟ ਜਾਂ ਬਾਦਸ਼ਾਹਤ ਜਾਰੀ ਕਰਨ ਦਾ ਫੁਰਨਾ ਫੁਰਿਆ ਜਿਸ ਵਿੱਚ ਦੋਵਾਂ ਮਤਾਂ ਨੂੰ ਇੱਕ ਥਾਂ ਕਰ ਦਿੱਤਾ ਗਿਆ ਸੀ। ਪਰ ਰਾਜਸੀ ਫਰਮਾ ਬਰਦਾਰੀ ਸਦਾ ਭਾਈਚਾਰਕ ਮੇਲ ਪੈਦਾ ਨਹੀਂ ਕਰਦੀ ਅਤੇ ਇਸ ਦਾ ਪ੍ਰਤੀਕਰਮ ਬਹੁਤ ਮੁਸਲਮਾਨਾਂ 'ਤੇ ਹੋਇਆ, ਜਿਸ ਕਰਕੇ ਮੁਗਲ ਖਾਨਦਾਨ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ। ਇਸਲਾਮ ਅਤੇ ਬਾਹਮਣੀ ਮਤ ਦਾ ਕਰਮ ਅਤੇ ਪ੍ਰਤੀਕਰਮ। ਬਹਾਦਰੀ ਵਿੱਚ ਖੱਤਰੀਆਂ ਨੂੰ ਵੀ ਮਾਤ ਪਾ ਜਾਣ ਵਾਲੇ ਉਹਨਾਂ ਨਵੇਂ ਲੋਕਾਂ ਦੇ ਅਸਰ ਨੇ ਜਿਹੜੇ ਬਾਹਮਣਾਂ ਦੀ ਪਵਿੱਤਰਤਾ ਮੰਨਣ ਤੋਂ ਇਨਕਾਰੀ ਸਨ ਅਤੇ ਜਿਹੜੇ ਇੱਕ ਖੁਦਾ 'ਤੇ ਇਮਾਨ ਰੱਖਦੇ ਤੇ ਬੁੱਤਾਂ ਤੋਂ ਘ੍ਰਿਣਾ ਕਰਦੇ ਸਨ, ਹਿੰਦੁਸਤਾਨ ਦੇ ਬੇਸ਼ੁਮਾਰ ਲੋਕਾਂ ਦੇ ਦਿਲਾਂ ਨੂੰ ਹੌਲੀ ਹੌਲੀ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਅਤੇ ਵਿਦਵਾਨ ਲੋਕਾਂ ਨੂੰ ਵੇਦਾਂ ਦੇ ਉਹ ਸਾਰੇ ਅਸੂਲ ਮੁੜ ਚੇਤੇ ਆਏ ਜਿਨ੍ਹਾਂ ਨੂੰ ਸ਼ੰਕਰਾਚਾਰ ਨੇ ਨਜ਼ਰੋਂ ਪਰੋਖੇ ਕਰ ਦਿੱਤਾ ਸੀ। ਇਹ ਅਸਰ ਬਹੁਤ ਹੌਲੀ ਹੌਲੀ ਹੋਇਆ ਕਿਉਂਕਿ ਪਹਿਲੇ ਰਿਵਾਜ ਕੌਮਾਂ ਅਤੇ ਨਸਲਾਂ ਦੇ ਸਥਾਨਕ ਦੇਵੀ ਦੇਵਤਿਆਂ ਦੇ ਨਾਮਾਂ ਉੱਤੇ ਚਾਲੂ ਕੀਤੇ ਗਏ। ਮੁੱਦਤਾਂ ਬੀਤ ਜਾਣ ਕਰਕੇ ਮਨੂ ਦੇ ਬਣਾਏ ਹੋਏ ਅਸੂਲ ਲੋਕਾਂ ਦੇ ਖਿਆਲਾਂ ਵਿੱਚ ਰਚ ਕੇ ਉਹਨਾਂ ਦਾ ਅੰਗ ਬਣ ਚੁੱਕੇ ਸਨ। ਬਾਹਮਣਾਂ ਵਿੱਚ ਜਾਤ ਦਾ ਜੋ ਘਮੰਡ ਸੀ ਅਤੇ ਬਾਹਮਣਾਂ ਲਈ ਲੋਕਾਂ ਦੇ ਦਿਲਾਂ ਵਿੱਚ ਜੋ ਸ਼ਰਧਾ ਸੀ ਉਹ ਵਿਜयी ਲੋਕਾਂ ਤੋਂ ਛਿਪੀ ਨਾ ਰਹਿ ਸਕੀ। ਸ਼ੇਖ ਅਤੇ ਸੈਯਦ ਆਪਣੇ ਆਪ ਨੂੰ ਪਾਰਸਾ ਸਮਝਣ ਲੱਗ ਪਏ ਅਤੇ ਮੁਗਲ ਅਤੇ ਪਠਾਨ ਵੀ ਰਾਜਪੂਤਾਂ ਵਾਂਗ ਆਪਣੇ ਆਪ ਨੂੰ ਹੀ ਸੂਰਵੀਰ ਸਮਝਣ ਲੱਗ ਪਏ। ਨਵੇਂ ਨਵੇਂ ਭਰਮਾਂ ਅਤੇ ਵਹਿਮਾਂ ਨੇ ਆਣ ਸਿਰ ਕੱਢਿਆ। ਪੀਰ ਅਤੇ ਸ਼ਹੀਦ, ਸੰਤ ਅਤੇ ਮੁਜਾਹਦ ਦੇ ਨਾਵਾਂ ਨਾਲ ਸ਼੍ਰੀ ਕ੍ਰਿਸ਼ਨ ਅਤੇ ਭੈਰੋ ਵਾਂਗ ਬੇਅੰਤ ਕਰਾਮਾਤਾਂ ਜੋੜ ਦਿੱਤੀਆਂ ਗਈਆਂ। ਇਹਨਾਂ ਅਣਗਿਣਤ ਰੱਬ ਦੇ ਏਜੰਟਾਂ ਵਿਚਾਲੇ ਮੁਸਲਮਾਨ ਇੱਕ ਰੱਬ ਨੂੰ ਭੁੱਲ ਗਏ। ਉਹ ਦੁੱਖ ਸੁੱਖ ਵੇਲੇ ਇਹਨਾਂ ਪੀਰਾਂ ਫਕੀਰਾਂ ਦੀਆਂ ਮੰਨਤਾਂ ਮੰਨਣ ਲੱਗ ਪਏ। ਲੋਕ ਨਿਸ਼ਚੇ ਵਿੱਚ ਬੇਚੈਨੀ। ਇਸ ਤਰ੍ਹਾਂ ਰਸਮਾਂ ਅਤੇ ਸੰਮਤੀ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਬਹੁਤ ਥੋੜ੍ਹੇ ਲੋਕ ਐਸੇ ਸਨ ਜਿਨ੍ਹਾਂ ਨੂੰ ਕੁਰਾਨ ਅਤੇ ਵੇਦਾਂ ਉੱਤੇ ਨਿਸ਼ਚਾ ਜਾਂ ਭਰੋਸਾ ਰਹਿ ਗਿਆ। ਬਾਕੀ ਦੀ ਜਨਤਾ ਦੇ ਦਿਲਾਂ ਵਿੱਚ ਸਖਤ ਬੇਚੈਨੀ ਸੀ ਅਤੇ ਉਹਨਾਂ ਨੂੰ ਬਾਹਮਣਾਂ ਅਤੇ ਮਲਾਣਿਆਂ ਉੱਤੇ ਕੋਈ ਭਰੋਸਾ ਨਾ ਰਿਹਾ। ਨਾ ਹੀ ਮਹਾਦੇਵ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਨਾਮ ਤੋਂ ਉਹਨਾਂ ਦੇ ਮਨ ਸ਼ਾਂਤੀ ਪ੍ਰਾਪਤ ਕਰਦੇ ਸਨ। ਰਾਮਾਨੰਦ ਦੇ ਮਤ ਦੀ ਬਨਾਰਸ ਵਿੱਚ ਕਮੀ। 1400 ਈਸਵੀ। ਇਸ ਕਸ਼ਮਕਸ਼ ਦਾ ਪਹਿਲਾ ਫਲ ਇਹ ਨਿਕਲਿਆ ਕਿ ਰਾਮਾਨੁਜ ਦੇ ਇੱਕ ਚੇਲੇ ਰਾਮਾਨੰਦ ਬਨਾਰਸੀ ਨੇ 14ਵੀਂ ਸਦੀ ਦੇ ਅੰਤ ਵਿੱਚ ਇੱਕ ਵਿਸ਼ਾਲ ਮਤ ਦੀ ਸਥਾਪਨਾ ਕੀਤੀ। ਇੱਕ ਇਸ਼ਟ ਦੀ ਪੂਜਾ ਦਾ ਤਰੀਕਾ ਪਹਿਲੇ ਹੀ ਖਤਮ ਹੋ ਚੁੱਕਾ ਸੀ। ਗੋਰੇ ਮੁਲਕੀਆਂ ਹੱਥੋਂ ਦੇਸ਼ ਦੀ ਫਤਿਹ ਨੇ ਧਾਰਮਿਕ ਆਗੂਆਂ ਵਿੱਚੋਂ ਸਾਂਝੇ ਟਾਕਰੇ ਦਾ ਜਜ਼ਬਾ ਵੀ ਮਿਟਾ ਦਿੱਤਾ। ਸਾਹਿਤ ਦੇ ਪ੍ਰਚਾਰ ਵਿੱਚ ਵੀ ਕਮੀ ਆ ਗਈ ਅਤੇ ਕਾਵਿ ਉਡਾਰੀਆਂ ਅਤੇ ਖਾਨਦਾਨੀ ਰਵਾਇਤਾਂ ਨੂੰ ਪੁਰਾਤਨ ਪੁਰਾਣਕ ਕਥਾਵਾਂ ਵਿੱਚ ਅਦਲਾ ਬਦਲੀ ਕਰ ਦਿੱਤੀ ਅਤੇ ਉਹਨਾਂ ਨੇ ਵੇਦਾਂ ਦੀ ਬਜਾਏ ਆਪਣੀਆਂ ਕ੍ਰਿਤੀਆਂ ਨੂੰ ਸਥਾਈ ਠਹਿਰਾ ਲਿਆ। ਵੀਰ ਪੂਜਾ ਦਾ ਆਰੰਭ। ਇਸ ਨਵੇਂ ਮੱਤ ਵਿੱਚ ਸੂਰਬੀਰ ਰਾਮਚੰਦਰ ਜੀ ਨੂੰ ਭਗਤੀ ਦਾ ਲਕਸ਼ ਬਣਾਇਆ ਗਿਆ ਕਿਉਂਕਿ ਮੁਸਲਮਾਨਾਂ ਦੇ ਜੋੜ ਫੜ ਜਾਣ ਨਾਲ ਬ੍ਰਾਹਮਣਾਂ ਅਤੇ ਖੱਤਰੀਆਂ ਦੀ ਉੱਚਤਾ ਨੂੰ ਬਹੁਤ ਵੱਡੀ ਹਾਨੀ ਪੁੱਜ ਚੁੱਕੀ ਸੀ। ਇਸ ਲਈ ਰਾਮਾਨੰਦ ਨੇ ਰੱਬ ਦੀ ਦਰਗਾਹ ਵਿੱਚ ਮਨੁੱਖੀ ਏਕਤਾ ਦੇ ਸਿਧਾਂਤ ਨੂੰ ਅਪਣਾ ਲਿਆ। ਉਹਨਾਂ ਨੇ ਕੋਈ ਨਵੀਂ ਵਿਚਿੱਤਰ ਰਸਮ ਜਾਰੀ ਨਹੀਂ ਕੀਤੀ। ਉਹਨਾਂ ਨੇ ਹਰ ਜਾਤੀ ਅਤੇ ਕੌਮ ਦੇ ਲੋਕਾਂ ਨੂੰ ਆਪਣਾ ਚੇਲਾ ਬਣਾਇਆ ਅਤੇ ਐਲਾਨ ਕਰ ਦਿੱਤਾ ਕਿ ਸੱਚਾ ਭਗਤ ਜਾਰੀ ਰਸਮਾਂ ਤੋਂ ਉਚੇਰਾ ਹੁੰਦਾ ਹੈ ਅਤੇ ਉਹ ਮੁਕਤੀ ਦਾ ਹੱਕਦਾਰ ਹੈ। ਪੰਜਾਬ ਵਿੱਚ ਗੋਰਖਨਾਥ। ਇਸੇ ਹੀ ਸਦੀ ਵਿੱਚ ਮਹਾਨ ਵੱਡੇ ਵਿਦਵਾਨ ਗੋਰਖਨਾਥ ਨੇ ਉਸ ਯੋਗ ਮਤ ਦਾ ਖਾਸ ਕਰਕੇ ਪੰਜਾਬ ਵਿੱਚ ਬੜਾ ਪ੍ਰਚਾਰ ਕੀਤਾ ਜਿਹੜਾ ਬਹੁਤ ਕਰਕੇ ਬੁੱਧ ਧਰਮ ਦੇ ਸਿਧਾਂਤ ਨਾਲ ਸੰਬੰਧ ਰੱਖਦਾ ਹੈ। ਵਿਆਸ ਅਤੇ ਸਾਕਿਆਂ ਦੇ ਪੈਰਵਾਂ ਨੇ ਵੀ ਇਸ ਨੂੰ ਪ੍ਰਵਾਨ ਕਰ ਲਿਆ ਸੀ। ਹਾਂ, ਇੱਕ ਗੱਲ ਮੰਨ ਲਈ ਗਈ ਸੀ ਕਿ ਇਸ ਕਲਯੁੱਗ ਦੇ ਸਮੇਂ ਪਤਿਤ ਹੋ ਚੁੱਕਾ ਮਨੁੱਖ ਇੰਨੀ ਕਰੜੀ ਤਪੱਸਿਆ ਕਰਨ ਦੇ ਸਮਰੱਥ ਹੈ ਅਤੇ ਉਹ ਸਰਵਾਂਗ ਸੁੰਦਰਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪਰ ਗੋਰਖਨਾਥ ਨੇ ਦੱਸਿਆ ਹੈ ਕਿ ਸਖਤ ਤਪ ਨਾਲ ਸਰੀਰ ਨੂੰ ਇੰਨਾ ਸੂਖਸ਼ਮ ਕੀਤਾ ਜਾ ਸਕਦਾ ਹੈ ਕਿ ਹੌਲੀ ਹੌਲੀ ਉਸ ਪਰਮਾਤਮਾ ਨਾਲ ਅਭੇਦ ਹੋ ਜਾਵੇ ਜਿਹੜਾ ਕਿ ਇਸ ਸੰਸਾਰ ਉੱਤੇ ਹਰ ਥਾਂ ਹਾਜ਼ਰ ਨਾਜ਼ਰ ਹੈ। ਸ਼ਿਵ ਜੀ ਨੂੰ ਇਸ਼ਟ ਮੰਨ ਕੇ ਹੋਰ ਮਤ ਭੇਦ ਫੈਲਾਇਆ। ਉਸ ਨੇ ਉਸ ਸ਼ਿਵ ਜੀ ਨੂੰ ਆਪਣਾ ਇਸ਼ਟ ਕਰਾਰ ਦਿੱਤਾ ਜਿਹੜਾ ਸਭ ਕੌਮਾਂ ਦੇ ਪੈਰਵਾਂ ਦੀ ਤਪੱਸਿਆ ਨੂੰ ਆਸ਼ੀਰਵਾਦ ਦਿੰਦਾ ਹੈ। ਆਪਣੇ ਮਤ ਦੇ ਮਸਤਕ ਦੇ ਸਾਧਾਰਨ ਚਿੰਨ੍ਹ ਦੇ ਨਾਲ ਹੀ ਉਸ ਨੇ ਆਪਣੇ ਚੇਲਿਆਂ ਦੇ ਕੰਨ ਵੀ ਪਾੜ ਦਿੱਤੇ। ਇਸੇ ਕਰਕੇ ਉਸ ਦੇ ਚੇਲੇ ਆਮ ਤੌਰ 'ਤੇ ਕੰਨ ਪਾਟੇ ਜੋਗੀ ਅਖਵਾਉਣ ਲੱਗ ਪਏ। ਕਬੀਰ ਅਤੇ ਰਾਮਾਨੰਦ। ਵੇਦ ਅਤੇ ਕੁਰਾਨ ਉੱਤੇ ਕਟਾਖ। ਲਗਭਗ 1450 ਈਸਵੀ। ਇਸ ਤਰ੍ਹਾਂ ਇੱਕ ਕਦਮ ਹੋਰ ਅੱਗੇ ਉੱਠਿਆ ਅਤੇ ਧਰਮ ਤੇ ਜੀਵਨ ਗਾਥਾ ਅਤੇ ਧਰਮ ਤੇ ਜੀਵਨ ਦੇ ਸੁੱਖਾਂ ਦਾ ਤਿਆਗ ਉਸ ਨਸਲ ਦਾ ਵਿਸ਼ੇਸ਼ ਨਿਸ਼ਾਨ ਬਣ ਗਿਆ ਜਿਸ ਨੂੰ ਆਪਣੇ ਧਨ ਅਤੇ ਤਾਕਤ ਦਾ ਬੜਾ ਹੰਕਾਰ ਸੀ।
ਮਾਤ ਬੋਲੀ ਰਾਹੀਂ ਪ੍ਰਚਾਰ। 1450 ਈਸਵੀ ਵਿੱਚ ਰਾਮਾਨੰਦ ਦੇ ਚੇਲੇ ਕਬੀਰ ਨੇ ਮੂਰਤੀ ਪੂਜਾ, ਕੁਰਾਨ ਅਤੇ ਸ਼ਾਸਤਰਾਂ ਉੱਤੇ ਟੀਕਾ ਟਿੱਪਣੀ ਅਤੇ ਅਦਬੀ ਜ਼ਬਾਨ ਦੀ ਵਰਤੋਂ ਦੀ ਵਿਰੋਧਤਾ ਕੀਤੀ। ਉਸਨੇ ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਸਾਂਝਾ ਉਪਦੇਸ਼ ਦਿੱਤਾ ਅਤੇ ਨਾਲ ਹੀ ਅੰਤਰ-ਆਤਮਾ ਦੀ ਪਵਿੱਤਰਤਾ ਅਤੇ ਸ਼ੁੱਧੀ ਉੱਤੇ ਵੀ ਬੜਾ ਜ਼ੋਰ ਦਿੱਤਾ। ਉਸਨੇ ਇਸ ਦੁਨੀਆ ਨੂੰ ਮਾਇਆ ਆਖਿਆ, ਜਿਹੜੀ ਮੋਹਣੀ ਤੇ ਨਾਗਣੀ ਹੈ। ਅਮਲੀ ਤੌਰ ਉੱਤੇ ਕਬੀਰ ਨੇ ਜ਼ਾਹਰੀ ਰਿਵਾਜ਼ਾਂ ਨੂੰ ਪ੍ਰਵਾਨ ਕਰ ਲਿਆ। ਉਸ ਦਾ ਝੁਕਾਅ ਰਾਮ ਅਤੇ ਵਿਸ਼ਨੂੰ ਵੱਲ ਸੀ, ਜਿਨ੍ਹਾਂ ਨੂੰ ਉਹ ਸਰਵ ਸ਼ਕਤੀਮਾਨ ਈਸ਼ਵਰ ਸਮਝਦਾ। ਆਪਣੇ ਪੇਸ਼ਰੋਆਂ ਵਾਂਗ ਉਸਨੇ ਰੱਬ ਦੇ ਕਈ ਨਾਮ ਤੇ ਕਈ ਰੂਪ ਦਰਸਾਏ ਅਤੇ ਆਪਣੇ ਚੇਲਿਆਂ ਨੂੰ ਸੰਸਾਰ ਤੋਂ ਵਿਰਕਤ ਹੋਣ ਦਾ ਉਪਦੇਸ਼ ਦਿੱਤਾ। ਉਸਨੇ ਸਾਧ ਨੂੰ ਦੁਨੀਆ ਉੱਤੇ ਰੱਬ ਦਾ ਰੂਪ ਦੱਸਿਆ। ਕਬੀਰ ਦੇ ਵਿਚਾਰਾਂ ਨੂੰ ਨਾ ਤੇ ਸਪਸ਼ਟ ਤਰੀਕੇ ਨਾਲ ਲਿਖਿਆ ਹੀ ਗਿਆ ਹੈ ਤੇ ਨਾ ਹੀ ਉਹ ਸਾਫ਼ ਸਮਝੇ ਜਾਂਦੇ ਹਨ। ਉਸ ਦੀ ਬਾਣੀ ਸਿੱਧੀ ਸਾਦੀ ਅਤੇ ਮਹਾਤ ਭਾਸ਼ਾ ਵਿੱਚ ਹੋਣ ਕਰਕੇ ਸਰਵ ਸਧਾਰਨ ਹਿੰਦੀਆਂ ਵਿੱਚ ਬੜੀ ਪ੍ਰਚਾਰੀ ਤੇ ਪਸੰਦ ਕੀਤੀ ਜਾਂਦੀ ਹੈ। ਬੰਗਾਲ ਵਿੱਚ ਚੈਤਨ ਦਾ ਧਰਮ ਸੁਧਾਰ 1500 ਤੋਂ 1550 ਈਸਵੀ। 16ਵੀਂ ਸਦੀ ਦੇ ਆਰੰਭ ਵਿੱਚ ਨਾਡੀਆਂ ਦੇ ਬ੍ਰਾਹਮਣ ਚੈਤਨਯ ਨੇ ਰਾਮਾਨੰਦ ਦੇ ਸੁਧਾਰਾਂ ਦਾ ਬੰਗਾਲ ਵਿੱਚ ਪ੍ਰਚਾਰ ਕੀਤਾ। ਉਸਨੇ ਕੁਝ ਮੁਸਲਮਾਨਾਂ ਨੂੰ ਮੁੜ ਹਿੰਦੂ ਬਣਾ ਲਿਆ ਅਤੇ ਸਭ ਜਾਤੀਆਂ ਨੂੰ ਆਪਣੇ ਮਤ ਵਿੱਚ ਸ਼ਾਮਲ ਕਰ ਲਿਆ। ਉਸਨੇ ਭਗਤੀ ਉੱਤੇ ਬੜਾ ਜ਼ੋਰ ਦਿੱਤਾ ਅਤੇ ਸ਼ਾਦੀ ਤੇ ਸੰਸਾਰੀ ਕੰਮਾਂ ਤੋਂ ਖੁੱਲ੍ਹ ਕਰ ਦਿੱਤੀ, ਪਰ ਉਸਦੇ ਚੇਲਿਆਂ ਨੇ ਗੁਰੂ ਦੀ ਵਡਿਆਈ ਦੀ ਬਹੁਤ ਬੁਰੀ ਵਰਤੋਂ ਕੀਤੀ। ਬੱਲਭ ਦੇ ਸੁਧਾਰਾਂ ਲਈ ਯਤਨ। ਉਹਨਾਂ ਵਿੱਚੋਂ ਕਈਆਂ ਦਾ ਨਿਸ਼ਚਾ ਸੀ ਕਿ ਪਰਮਾਤਮਾ ਤੋਂ ਪਹਿਲੇ ਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ। ਠੀਕ ਇਸੇ ਹੀ ਸਮੇਂ ਤੇਲੰਗਾਨੇ ਦੇ ਬ੍ਰਾਹਮਣ ਬੱਲਭ ਸਵਾਮੀ ਨੇ ਸੁਧਾਰ ਲਹਿਰ ਵਿੱਚ ਹੋਰ ਵੀ ਜੋਸ਼ ਭਰਿਆ। ਉਸਨੇ ਆਖਿਆ ਕਿ ਕੇਵਲ ਵਿਆਹੇ ਪੁਰਸ਼ ਹੀ ਆਚਾਰਯ ਹੋ ਸਕਦੇ ਹਨ ਅਤੇ ਘਰ ਗ੍ਰਸਤੀ ਵਾਲੇ ਲੋਕਾਂ ਨੂੰ ਇਸ ਕੰਮ ਲਈ ਵਿਸ਼ੇਸ਼ਤਾ ਦੇਣੀ ਚਾਹੀਦੀ ਹੈ। ਗੁਰੂ ਤੇ ਚੇਲੇ ਦੋਵਾਂ ਨੂੰ ਹੀ ਸੰਸਾਰ ਦੇ ਪਦਾਰਥਾਂ ਦਾ ਆਨੰਦ ਮੰਨਣਾ ਚਾਹੀਦਾ ਹੈ। ਬ੍ਰਹਮਚਰਯ ਦੀ ਹੋਰ ਹੌਸਲਾ ਸ਼ਿਕਨੀ 1550। ਸ਼ਾਂਤਮਈ ਵਪਾਰੀ ਜਾਤੀਆਂ ਨੇ ਇਸ ਅਸੂਲ ਨੂੰ ਤੁਰੰਤ ਅਪਣਾ ਲਿਆ ਤੇ ਗੁਸਾਈ ਬਤੌਰ ਘਰੋਗੀ ਪੁਜਾਰੀ ਦੇ ਬਹੁਤ ਜ਼ੋਰ ਫੜ ਗਏ। ਇਹਨਾਂ ਨੇ ਬਾਲ ਗੋਪਾਲ ਨੂੰ ਆਲਮਗੀਰ ਈਸ਼ਵਰ ਮੰਨ ਕੇ